ਭਾਈ ਸਾਹਿਬ ਰਣਧੀਰ ਸਿੰਘ ਜੀ ਦੁਆਰਾ ਲਿਖਤ ਪੁਸਤਕ ਚਰਨ ਕਮਲ ਕੀ ਮੌਜ ਦੇ ਭਾਗ ਊੜਾ ਦਾ ਅਧਿਆਇ 14ਵਾਂ ਚਰਨ ਕਮਲਾਂ ਦਾ ਪ੍ਰਤਾਪ। ਜਿਨ੍ਹਾਂ ਨੇ ਚਰਨ ਕਮਲਾਂ ਦੀ ਮੌਜ ਵਿੱਚ ਲਿਵ ਧਿਆਨੀ ਹੋ ਕੇ ਦਸਮ ਦੁਆਰੀ ਸਿੰਘਾਸਨ ਉੱਤੇ ਆਪਣਾ ਆਸਣ ਜਾ ਜਮਾਇਆ ਹੈ, ਉਹ ਤ੍ਰੈ ਭਵਨਾਂ ਦੀ ਸੋਝੀ, ਤਤ ਲਖਤਾ ਅਤੇ ਤ੍ਰਿਕਾਲ ਦਰਸਤਾ ਦੀ ਗੰਭਤਾ ਵਿੱਚ ਪ੍ਰਬੀਨ ਹੋ ਗਏ ਹਨ। ਉਹ ਤਿਰਲੋਕੀ ਅੰਦਰਲੇ ਅਤੇ ਭੂਤ ਭਵਿੱਖ ਭਵਾਨ ਤੇਹਾਂ ਹੀ ਕਾਲਾਂ ਵਿਖੇ ਵਰਤ ਰਹੇ ਵਰਤਾਰੇ ਦੇ ਸਾਂਗੋ ਪਾਂਗ ਪੇਖਣਹਾਰੇ, ਸਰਬ ਕਲਾ ਪ੍ਰਬੀਨ, ਸਰਬ ਕਲਾ ਸਮਰੱਥ ਹੀ ਨਹੀਂ ਸਗੋਂ ਸਰਬ ਕਲਾ ਪ੍ਰਬੀਨ ਮਹਾਂਪੁਰਖ ਹੋ ਗਏ ਹਨ ਅਤੇ ਚਰਨ ਕਮਲਾਂ ਦੀ ਮਕਰੰਦ ਰਸ ਮਗਨਤਾ ਅਤੇ ਨੂਰ ਜ਼ਹੂਰੀ ਸੀਤਲਤਾ ਹੀ ਚਰਨ ਕਮਲ ਦੇ ਮੌਜੀ ਭੌਰਿਆਂ ਨੂੰ ਦੁਤੀਆ ਭਾਵ ਤੋਂ ਉਪਰਾਮ ਕਰਕੇ ਕੇਵਲ ਇੱਕੋ ਹੀ ਅਕਾਲ ਪੁਰਖ ਦੀ ਟੇਕ ਵਿੱਚ ਵਿਸਰਾਮ ਦੇਣ ਨੂੰ ਸਮਰੱਥ ਹੈ। ਚਰਨ ਕਮਲਾਂ ਦੀ ਰੇਣਕਾ ਵਿੱਚ ਲਿਪਟ ਲਿਪਟਾਏ ਕੈ ਮੱਜਨ ਕਰਨ ਦਾ ਪ੍ਰਤਾਪ ਅਤੀ ਅਸਚਰਜ ਹੈ। ਕੋਟ ਤੀਰਥਾਂ ਦੀ ਪੂਰਬੀ ਵਾਲੇ ਇਸ਼ਨਾਨ ਦਾ ਮਹਾਤਮ ਚਰਨ ਕਮਲਾਂ ਦੀ ਧੂੜੀ ਦੇ ਮੱਜਨ ਵਿੱਚ ਹੈ, ਕਿਉਂਕਿ ਕੋਟ ਤੀਰਥ ਸਤਿਗੁਰੂ ਦੇ ਚਰਨਾਂ ਵਿੱਚ ਵਸਦੇ ਹਨ। ਚਰਨ ਕਮਲਾਂ ਦੀ ਧੂੜੀ ਦੇ ਮੱਜਨ ਦਾ ਪ੍ਰਤਾਪ ਅਤਿਅੰਤ ਬਿਸਮਾਦਜਨਕ ਹੈ, ਕਿਉਂਕਿ ਚਰਨ ਕਮਲ ਦੀ ਰਜ ਧੂੜੀ ਵਿੱਚ ਮੱਜਨ ਕਰਨ ਦੀ ਮਹੱਤਤਾ ਅਤ ਅਦਭੁਤ ਹੈ, ਕਿਉਂਕਿ ਚਰਨ ਕਮਲ ਦੇ ਪੁਜਾਰੀਆਂ ਨੂੰ ਕਾਰਨ ਕਰਨ ਚਰਨ ਕਮਲਾਂ ਨੇ ਕਾਰਨ ਅਧੀਨ ਅਰਥਾਤ ਗੁਰੂ ਦੀ ਰਜ਼ਾਏ ਤੇ ਗੁਰੂ ਪਰਾਇਣ ਕਰ ਦਿੱਤਾ ਹੈ। ਚਰਨ ਕਮਲਾਂ ਦੀ ਧੂੜੀ ਵਿੱਚ ਮੱਜਨ ਕਰਨ ਦਾ ਪਾਰਸ ਪੁਨੀਤਾਇਣੀ ਪ੍ਰਤਾਪ ਇਹ ਵਰਤਦਾ ਹੈ ਕਿ ਚਰਨ ਰਜ ਮੱਜਨੀ ਬੰਦੇ ਪਤਿਤੋਂ ਮਹਾਪੁਨੀਤ ਹੋ ਜਾਂਦੇ ਹਨ, ਕਿਉਂਕਿ ਚਰਨ ਕਮਲ ਤਰਨ ਤਾਰਨ ਹਨ। ਚਰਨ ਕਮਲ ਆਰਾਧਨੀ ਅਨਿਨ ਆਸ਼ਕ ਜਨ ਹੀ ਸੱਚੇ ਪ੍ਰੇਮ ਭਗਤ ਅਸਨੇਹੀ ਅਭਿਆਸੀ ਜਨ ਬਣ ਸਕਦੇ ਹਨ। ਯਥਾ ਗੁਰਵਾਕ ਚਾਤ੍ਰਿਕ ਚਿਤਵਤ ਬਰਸਤ ਮੇਹ ਕਿਰਪਾ ਸਿੰਧ ਕਰੁਣਾ ਪ੍ਰਭ ਧਾਰਹੁ ਹਰ ਪ੍ਰੇਮ ਭਗਤ ਕੋ ਨੇਹ ਰਹਾਉ। ਅਨਿਕ ਸੂਖ ਚਕਵੀ ਨਹੀਂ ਚਾਹਤ ਅਨੰਦ ਪੂਰਨ ਪੇਖ ਦੇਹ ਆਨ ਉਪਾਵ ਨ ਜੀਵਤ ਮੀਨਾ ਬਿਨ ਜਲ ਮਰਨਾ ਤੇਹ ਹਮ ਅਨਾਥ ਨਾਥ ਹਰ ਸ਼ਰਣੀ ਆਪਣੀ ਕਿਰਪਾ ਕਰਹਿ ਚਰਨ ਕਮਲ ਨਾਨਕ ਆਰਾਧ ਹੈ ਤਿਸ ਬਿਨ ਆਨ ਨਾ ਕਹਿ। ਜੈਤਸਰੀ ਮਹੱਲਾ ਪੰਜਵਾਂ। ਜਿਸ ਪ੍ਰਕਾਰ ਚਾਤ੍ਰਿਕ ਬਬੀਹਾ ਪਪੀਹਾ ਸਵਾਂਤ ਬੂੰਦ ਹਿਤ ਚਿਤਵਤਾ ਹੈ ਅਤੇ ਪ੍ਰਿਓ ਪ੍ਰਿਓ ਟੇਰਦਾ ਹੈ, ਤਿਸ ਪ੍ਰਕਾਰ ਚਰਨ ਕਮਲਾਂ ਦਾ ਪਿਆਸਾ ਸੱਚਾ ਆਸ਼ਕ ਜਨ ਚਰਨ ਕਮਲਾਂ ਨੂੰ ਹੀ ਆਰਾਧਦਾ ਹੈ। ਵਾਹਿਗੁਰੂ ਨਾਮ ਦਾ ਆਰਾਧਨਾ ਚਰਨ ਕਮਲਾਂ ਦਾ ਆਰਾਧਨਾ ਹੈ। ਵਾਹਿਗੁਰੂ ਨਾਮ ਦਾ ਆਰਾਧਨਾ ਚਰਨ ਕਮਲਾਂ ਦਾ ਆਰਾਧਨਾ ਹੈ। ਅਤੇ ਜਿਸ ਪ੍ਰਕਾਰ ਚਾਤ੍ਰਿਕ ਦੇ ਚਿਤਵੇ ਤੋਂ ਸਵਾਂਤ ਬੂੰਦ ਬਰਸਾਵਨੀ ਵਰਖਾ ਹੋਣ ਲੱਗ ਪੈਂਦੀ ਹੈ, ਤਿਸ ਪ੍ਰਕਾਰ ਵਾਹਿਗੁਰੂ ਨਾਮ ਦੇ ਆਰਾਧਨ ਕੀਤਿਆਂ ਚਰਨ ਕਮਲਾਂ ਦੀ ਰਸ ਜੋਤ ਵਿਗਾਸੀ ਕਿਰਨ ਅੰਤਰ ਆਤਮੇ ਭੋਹਣ ਲੱਗ ਪੈਂਦੀ ਹੈ। ਤਾਂ ਤੇ ਚਰਨ ਕਮਲਾਰੀ ਚਾਤ੍ਰਿਕ ਪਪੀਹੇ ਹਰ ਦਮ ਇਹ ਪ੍ਰਾਰਥਨਾ ਕਰਦੇ ਰਹਿੰਦੇ ਹਨ ਕਿ ਹੇ ਕਿਰਪਾ ਦੇ ਸਾਗਰ ਪ੍ਰਭੂ ਪਰਮਾਤਮਾ ਅਜਿਹੀ ਦਇਆ ਤਰਸ ਮਿਹਰ ਕਰੋ ਜਾਂ ਤੇ ਵਾਹਿਗੁਰੂ ਤੇਰੀ ਪ੍ਰੇਮਾ ਭਗਤੀ ਨਾਲ ਹੀ ਸਾਡਾ ਸੱਚੜਾ ਨੇਹੋਂ ਲੱਗਾ ਰਹੇ। ਜਿਸ ਪ੍ਰਕਾਰ ਚਕਵੀ ਨੂੰ ਹੋਰ ਨਾਨਾ ਪ੍ਰਕਾਰੀ ਸੁੱਖਾਂ ਨਾਲ ਕੋਈ ਸਰੋਕਾਰ ਨਹੀਂ, ਹੋਰ ਕਿਸੇ ਸੁੱਖ ਦੀ ਚਾਹਨਾ ਨਹੀਂ, ਉਸ ਨੂੰ ਤਾਂ ਪੂਰਨ ਆਨੰਦ ਦਿਨ ਚੜ੍ਹਿਆ ਦੇਖ ਕੇ ਹੀ ਆਉਂਦਾ ਹੈ, ਕਿਉਂਕਿ ਦਿਨ ਚੜ੍ਹਨ ਸਾਰ ਹੀ ਸੂਰਜ ਉਦੈ ਹੁੰਦੇ ਹੀ ਉਸ ਦਾ ਪਿਆਰਾ ਉਸ ਨੂੰ ਆਣ ਮਿਲਦਾ ਹੈ। ਇਸੇ ਪ੍ਰਕਾਰ ਚਰਨ ਕਮਲਾਂ ਦੇ ਰਸੀਏ ਭੌਰਿਆਂ ਨੂੰ ਚਰਨ ਕਮਲਾਂ ਦਾ ਪ੍ਰਤੱਖ ਦੀਦਾਰ ਕਰਕੇ ਹੀ ਪੂਰਨ ਆਨੰਦ ਪ੍ਰਾਪਤ ਹੁੰਦਾ ਹੈ। ਜਿਸ ਪ੍ਰਕਾਰ ਮੱਛੀ ਜਲ ਵਿਹੂਨ ਹੋਰ ਕਿਸੇ ਉਪਾਵ ਯਤਨ ਨਾਲ ਵੀ ਨਹੀਂ ਜਿਉ ਸਕਦੀ ਅਤੇ ਜਲ ਦੇ ਵਿਛੋੜੇ ਨਾਲ ਉਸ ਦਾ ਮਰਨ ਹੋ ਜਾਂਦਾ ਹੈ, ਤਿਸ ਪ੍ਰਕਾਰ ਚਰਨ ਕਮਲ ਆਧਾਰੀ ਆਸ਼ਕ ਜਨ ਚਰਨ ਕਮਲਾਂ ਦੇ ਦਰਸ ਦੀਦਾਰ ਬਾਝੋਂ ਜਿਉ ਨਹੀਂ ਸਕਦੇ ਅਤੇ ਚਰਨ ਕਮਲਾਂ ਦੇ ਓਹਲੇ ਹੋਇਆਂ ਉਹਨਾਂ ਦਾ ਮਰਨ ਹੋ ਜਾਂਦਾ ਹੈ।
ਬਸ ਉਹਨਾਂ ਦੀ ਜੀਵਨ ਬੂਟੀ ਚਰਨ ਕਮਲਾਂ ਦਾ ਦਰਸ਼ਨ ਹੀ ਹੈ। ਇਸ ਕਰਕੇ ਚਰਨ ਕਮਲਾਂ ਦੇ ਮੁਸ਼ਤਾਕ ਭੌਰੇ ਅਤ ਅਧੀਨ ਹੋ ਕੇ ਚਰਨ ਕਮਲ ਪਟੋਲੜੇ ਪ੍ਰੀਤਮ ਅੱਗੇ ਇਸ ਪ੍ਰਕਾਰ ਜੋਦੜੀਆਂ ਕਰਦੇ ਹਨ। ਹੇ ਪ੍ਰਾਨਨਾਥ ਸੁਆਮੀ ਪ੍ਰੀਤਮ ਜੀ, ਅਸੀਂ ਅਨਾਥ ਤੇਰੀ ਸ਼ਰਨੀ ਹਾਂ। ਆਪਣੀ ਐਸੀ ਕਿਰਪਾ ਕਰ ਜਾਂ ਤੇ ਅਸੀਂ ਨਿਸਬਾਸਰ ਕੇਵਲ ਤੇਰੇ ਚਰਨ ਕਮਲਾਂ ਦਾ ਹੀ ਆਰਾਧਨ ਕਰਦੇ ਰਹੀਏ, ਕਿਉਂਕਿ ਸਾਨੂੰ ਬਿਨਾਂ ਚਰਨ ਕਮਲਾਂ ਦੇ ਹੋਰ ਕੁਛ ਭਾਉਂਦਾ ਨਹੀਂ ਅਤੇ ਬਿਨਾਂ ਚਰਨ ਕਮਲਾਂ ਦੇ ਇਸ਼ਕ ਦੇ ਹੋਰ ਕੁਛ ਵੀ ਸਾਡੇ ਹਿਰਦੇ ਵਿੱਚ ਸਮਾਉਂਦਾ ਨਹੀਂ। ਤਾਂ ਹੀ ਤਾਂ ਗੁਰਬਾਣੀ ਅੰਦਰ ਚਰਨ ਕਮਲਾਂ ਦੀ ਹਿਰਦੇ ਵਸਕ ਦਰਸ ਰਸਕ ਯਾਚਨਾ ਪ੍ਰਥਾਏ ਇਸ ਪ੍ਰਕਾਰ ਦੇ ਗੁਰਵਾਕ ਅਨੇਕ ਥਾਈਂ ਆਉਂਦੇ ਹਨ। ਸੁਨਹੁ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ। ਚਰਨ ਕਮਲ ਵਸਹਿ ਮੇਰਾ ਚੀਤਾ। ਸੂਹੀ ਮਹੱਲਾ ਪੰਜਵਾਂ। ਜਿਨ੍ਹਾਂ ਨੂੰ ਚਰਨ ਕਮਲਾਂ ਦੀ ਪ੍ਰੀਤ ਮਨ ਬਚ ਕਰਮ ਕਰਕੇ ਰਿਦੰਤਰ ਲੱਗੀ ਹੈ, ਤਿਨ੍ਹਾਂ ਨੂੰ ਪ੍ਰਿਆ ਪ੍ਰੀਤਮ ਚਰਨ ਕਮਲਾਂ ਵਾਲੇ ਸੁਰਜਨ ਦਾ ਮਿਲਾਪ ਵੀ ਹੋ ਕੇ ਰਹਿੰਦਾ ਹੈ। ਚਰਨ ਕਮਲਾਂ ਦੀ ਡਾਢੀ ਪ੍ਰੀਤ ਸੁਰਜਨ ਪ੍ਰੀਤਮ ਦੇ ਮਿਲਣ ਦੀ ਅਤੇ ਮਿਲ ਕੇ ਮਿਲੇ ਰਹਿਣ ਦੀ ਨਿਸ਼ਾਨੀ ਹੈ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰ ਜਨ ਮਿਲੇ ਪਿਆਰੇ। ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਟੋਡੀ ਮਹੱਲਾ ਪੰਜਵਾਂ। ਪ੍ਰੀਤਮ ਦੇ ਚਰਨ ਕਮਲਾਂ ਦਾ ਦਰਸ਼ਨ ਆਨੰਦ ਨਾਮ ਅਭਿਆਸ ਮਈ ਸਿਮਰਨ ਜਾਪ ਦੁਆਰਾ ਹੋਰ ਵਧੇਰੇ ਖਿੜਦਾ ਹੈ। ਇਸ ਜਾਪ ਸਿਮਰਨ ਆਨੰਦੀ ਚਰਨ ਕਮਲ ਦਰਸ਼ਨ ਆਨੰਦ ਦੀ ਦਸ਼ਾ ਵਿੱਚ ਆਨੰਦੀ ਜਨ ਦੇ ਸਰਬ ਸਰੀਰਕ ਮਾਨਸਿਕ ਅੰਤਸ਼ਕਰਨੀ ਅਤੇ ਆਤਮ ਰੋਗ ਨਿਵਰਤ ਹੋ ਜਾਂਦੇ ਹਨ। ਇਸੇ ਪ੍ਰਥਾਏ ਐਨ ਢੁਕਵਾਂ ਇਹ ਅਗਲੇਰਾ ਗੁਰਵਾਕ ਖੂਬ ਫਬਦਾ ਛਬਦਾ ਹੈ। ਹਰ ਜਨ ਸਿਮਰਹੁ ਹਿਰਦੈ ਰਾਮ, ਹਰ ਜਨ ਕਉ ਆਪਦਾ ਨਿਕਟ ਨਾ ਆਵੈ। ਪੂਰਨ ਦਾਸ ਕੇ ਕਾਮ ਰਹਾਉ, ਕੋਟ ਬਿਘਨ ਬਿਨਸਹਿ ਹਰ ਸੇਵਾ। ਨਿਹਚਲ ਗੋਵਿੰਦ ਧਾਮ, ਭਗਵੰਤ ਭਗਤ ਕਉ ਭਉ ਕਿਛ ਨਾਹੀ। ਆਦਰ ਦੇਵਤ ਜਾਮ, ਤਜ ਗੋਪਾਲ ਆਨ ਜੋ ਕਰਨੀ। ਸੋਈ ਸੋਈ ਬਿਨਸਤ ਖਾਮ, ਚਰਨ ਕਮਲ ਹਿਰਦੈ ਗਹੋ ਨਾਨਕ। ਸੁਖ ਸਮੂਹ ਬਿਸਰਾਮ। ਜੈਤਸਰੀ ਮਹੱਲਾ ਪੰਜਵਾਂ। ਹੇ ਪਿਆਰੇ ਹਰਿ ਜਨੋ, ਗੁਰੂ ਨਾਨਕ ਪੰਚਮ ਸਰੂਪ ਸਾਹਿਬ ਜੀ ਆਪਣੇ ਗੁਰਸਿੱਖਾਂ ਨੂੰ ਅਸੀਸ ਵਰ ਲੋਹਰੀਆਂ ਦਿੰਦੇ ਹਨ। ਤੁਸੀਂ ਰਮਤ ਰਾਮ ਵਾਹਿਗੁਰੂ ਦਾ ਗੁਰਮੰਤਰ ਸਿਮਰਨ ਜਾਪ ਹਿਰਦੇ ਅੰਦਰ ਸਵਾਸ ਅਭਿਆਸ ਬਿਲੋਵਨੜਾ ਮਧਾਣਾ ਫੇਰ ਕੇ ਕਰੋ। ਅਜਿਹੇ ਅਜਪਾ ਜਾਪੇ ਸਿਮਰਨ ਕਰਨ ਹਾਰੇ ਗੁਰਮਤਿ ਨਾਮ ਗੁਰਮੰਤਰ ਅਭਿਆਸੀ ਜਨ ਦੇ ਕੋਈ ਅਲਾ ਬਲਾ ਆਪਦਾ ਬਿਪਤਾ ਨੇੜੇ ਨਹੀਂ ਆਉਂਦੀ ਅਤੇ ਅਭਿਆਸੀ ਜਨ ਨਾਮ ਕਮਾਈ ਵਾਲੇ ਅਨਿਨ ਸੇਵਕ ਦਾਸਰੇ ਦੇ ਸਾਰੇ ਕਾਰਜ ਨਿਰਵਿਘਨ ਪੂਰੇ ਹੋ ਜਾਂਦੇ ਹਨ। ਨਾਮ ਸਿਮਰਨ ਰੂਪੀ ਸੇਵਾ ਕੋਟ ਬਿਘਨਾਂ ਦੇ ਬਿਨਾਸਨਹਾਰੀ ਹੈ ਅਤੇ ਗੋਬਿੰਦ ਵਾਹਿਗੁਰੂ ਦੇ ਨਿਹਚਲ ਧਾਮ ਵਿਖੇ ਵਾਸ ਨਿਵਾਸ ਕਰਾਵਨਹਾਰੀ ਹੈ। ਐਸੇ ਭਗਵੰਤ ਭਗਤ ਨੂੰ ਕਿਸੇ ਪ੍ਰਕਾਰ ਦਾ ਵੀ ਭਉ ਭੈਜਲ ਨਹੀਂ ਵਿਆਪਦਾ ਅਤੇ ਜਮ ਦਾ ਤਰਾਸ ਵੀ ਨਹੀਂ ਪਹੁੰਚਦਾ। ਸਗੋਂ ਧਰਮਰਾਜ ਤੇ ਜਮਦੂਤ ਵੀ ਭਗਵੰਤ ਭਗਤ ਨੂੰ ਆਦਰ ਭਰੇ ਸਤਿਕਾਰ ਸਨਮਾਨ ਨਾਲ ਪੇਸ਼ ਆਉਂਦੇ ਹਨ। ਤਾਂ ਤੇ ਗੋਪਾਲ ਗੋਬਿੰਦ ਵਾਹਿਗੁਰੂ ਦੀ ਨਾਮ ਅਭਿਆਸ ਕਮਾਈ ਨੂੰ ਤਜ ਕੇ ਹੋਰ ਜੋ ਵੀ ਕਰਨੀ ਹੈ ਸੋ ਸਭ ਬਿਨਸਣਹਾਰੀ ਹੈ ਅਤੇ ਕੱਚੀ ਖਾਮੀਆਂ ਵਾਲੀ ਹੈ। ਨਿਹਚਲ ਗੋਬਿੰਦ ਧਾਮ ਵਾਲੀ ਪਕਿਆਈ ਇਸੇ ਵਿੱਚ ਹੈ ਕਿ ਨਾਮ ਸਿਮਰਨ ਅਭਿਆਸੀ ਦੀ ਅਕਥ ਅਤੇ ਅਡੋਲ ਕਮਾਈ ਦੁਆਰਾ ਵਾਹਿਗੁਰੂ ਪ੍ਰੀਤਮ ਦੇ ਪਰਮ ਪਿਆਰੇ ਚਰਨ ਕਮਲਾਂ ਨੂੰ ਹਿਰਦੇ ਵਿੱਚ ਗਹਿ ਕੇ ਫੜੀ ਸੰਭਾਲੀ ਰੱਖੇ, ਕਿਉਂਕਿ ਚਰਨ ਕਮਲਾਂ ਦੇ ਹਿਰਦੇ ਅੰਦਰ ਗਹੀ ਰੱਖਣ ਵਿੱਚ ਹੀ ਸਮੂਹ ਸੁੱਖਾਂ ਦਾ ਵਿਸਰਾਮ ਹੈ। ਰਸਨ ਰਟਨੜੀ ਨਾਮ ਅਭਿਆਸ ਕਮਾਈ ਦੁਆਰਾ, ਰਸਨ ਰਟਨੜੀ ਨਾਮ ਅਭਿਆਸ ਕਮਾਈ ਦੁਆਰਾ ਰਸ ਜੋਤ ਵਿਗਾਸੀ ਬਿਸਮਾਦ ਕਲਾ ਵਾਲਾ ਨਾਮ ਹਿਰਦੇ ਅੰਦਰ ਜਦੋਂ ਪ੍ਰਗਾਸਦਾ ਹੈ ਤਾਂ ਇਸ ਦੀ ਪਕੜ
ਨਾਭ ਕਮਲ ਵਿਖੇ ਜਕੜ ਜੂੜਿਆ ਸਵਾਦ ਆਹਲਾਦ ਉਤਪੰਨ ਕਰ ਦਿੰਦੀ ਹੈ। ਇਸ ਬਿਸਮਾਦ ਆਹਲਾਦੀ ਰਸ ਸਵਾਦ ਵਿੱਚ ਗਿੱਧੇ ਹੋਏ ਸਵਾਸ ਅਭਿਆਸੀ ਜਨ ਦੀ ਨਾਭੀ ਅੰਦਰ ਹੀ ਅਟਕੇ ਰਹਿੰਦੇ ਹਨ। ਇਸ ਵਿਸਮਾਦ ਸਵਾਦ ਦਾ ਰਸੀਆ ਹੋ ਕੇ ਅਭਿਆਸੀ ਜਨ ਸਵਾਸਾਂ ਨੂੰ ਸ਼ਬਦ ਅਭਿਆਸ ਦੇ ਬਲ ਨਾਲ ਆਪਣੀ ਨਾਭੀ ਵਿਖੇ ਅਟਕਾਈ ਰੱਖਦਾ ਹੈ ਅਤੇ ਸੁਰਤੀ ਨੂੰ ਸਹਿਜ ਹੀ ਗਗਨ ਦੁਆਰ ਦਸਮ ਦੁਆਰ ਵਿਖੇ ਚੜ੍ਹਾ ਲੈਂਦਾ ਹੈ। ਨਾਮ ਦਾ ਇਸ ਰਸ ਜੋਤ ਵਿਗਾਸੀ ਟਿਕਾਓ ਵਿੱਚ ਨਾਭੀ ਅੰਦਰ ਅਟਕੇ ਰਹਿਣਾ ਚਰਨ ਕਮਲਾਂ ਦਾ ਹਿਰਦੇ ਅੰਦਰ ਗਹਿਣਾ ਪਕੜਨਾ ਹੈ। ਚਰਨ ਕਮਲਾਂ ਦਾ ਇਹ ਗਹਿਨ ਗਹਾਓ ਦਈੜੇ ਢੋਲੇ ਅਕਾਲ ਪੁਰਖ ਪਿਆਰੇ ਦੇ ਸਾਖਸ਼ਾਤ ਦਰਸ਼ਨਾਂ ਦਾ ਸੱਚਾ ਢੋਆ ਹੈ, ਜਿਸ ਦੇ ਬਲ ਨਾਲ ਪੰਜੇ ਮਹਾਬਲੀਆਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਵੀ ਅਭਿਆਸੀ ਜਨ ਆਪਣੇ ਵਸਗਤ ਕਰ ਲੈਂਦਾ ਹੈ, ਬੰਨ੍ਹ ਲੈਂਦਾ ਹੈ। ਇਸ ਆਤਮ ਅਵਸਥਾ ਵਿੱਚ ਆਰੂੜ ਹੋਇਆਂ ਚਰਨ ਕਮਲਾਂ ਦੀ ਮੌਜ ਸੁੱਤੇ ਸਿੱਧ ਨਿਰਯਤਨ ਹੀ ਬਣੀ ਰਹਿੰਦੀ ਹੈ। ਇੱਥੇ ਇਸ ਦਸ਼ਾ ਅੰਦਰ ਅਕਾਲ ਪੁਰਖ ਆਪਣੇ ਨਾਮ ਰਸਾਇਣੀ ਰਸ ਜੋਤ ਵਿਸਮਾਦ ਆਹਲਾਦੜੇ ਚਰਨ ਆਪਣੇ ਆਪ ਹੀ ਵਿੱਚ ਆਪ ਖਲੋ ਕੇ ਅਭਿਆਸੀ ਜਨ ਕੋਲੋਂ ਜਪਾਉਂਦਾ ਹੈ। ਯਥਾ ਗੁਰਵਾਕ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਈ ਖੜੋਆ। ਬਸੰਤ ਕੀ ਵਾਰ ਮਹੱਲ ਪੰਜਵਾਂ। ਇਸ ਪਦ ਪ੍ਰਾਪਤ ਹੋਏ ਚਰਨ ਕਮਲਾਂ ਦੀ ਓਟ ਪਰਾਇਣ ਹੀ ਸਗਲ ਅਭਿਆਸੀ ਜਨਾਂ ਦਾ ਸੱਚੜਾ ਉਧਾਰ ਹੁੰਦਾ ਹੈ। ਜੈਸੇ ਕਿ ਗੁਰਵਾਕ ਹੈ, ਚਰਨ ਕਮਲ ਕੀ ਓਟ ਉਧਰੇ ਸਗਲ ਜਨ। ਜੈਤਸਰੀ ਕੀ ਵਾਰ ਮਹੱਲਾ ਪੰਜਵਾਂ। ਜਿਨ੍ਹਾਂ ਨੂੰ ਚਰਨ ਕਮਲਾਂ ਦਾ ਆਧਾਰ ਹੈ, ਜੋ ਚਰਨ ਕਮਲ ਦੇ ਆਧਾਰ ਬਿਨਾਂ ਜੀਓ ਨਹੀਂ ਸਕਦੇ, ਤਿਨ੍ਹਾਂ ਦਾ ਹੀ ਸੱਚੜਾ ਉਧਾਰ ਹੁੰਦਾ ਹੈ। ਚਰਨ ਕਮਲ ਆਧਾਰੀ ਜਨਾਂ ਨੂੰ ਹੀ ਚਰਨ ਕਮਲਾਂ ਦੀ ਸੱਚੀ ਓਟ ਪ੍ਰਾਪਤ ਹੋਈ ਹੈ। ਚਰਨ ਕਮਲ ਆਧਾਰੀ ਜਨਾਂ ਨੂੰ ਅੰਤਰਗਤੀ ਆਧਾਰ ਰਸ ਜੋਤ ਬੇਦਨੀ ਤਾਰ ਦੁਆਰਾ ਹਰ ਦਮ ਹੀ ਬੇਧੀ ਰੱਖਦਾ ਹੈ ਅਤੇ ਚਲੂਲੇ ਮਜੀਠੀ ਆਤਮ ਰੰਗਾਂ ਵਿੱਚ ਹਰ ਦਮ ਰੰਗੀ ਰੱਖਦਾ ਹੈ। ਯਥਾ ਗੁਰਵਾਕ ਚਰਨ ਕਮਲ ਮਨ ਬੇਧਿਆ ਜਿਉ ਰੰਗ ਮਜੀਠਾ। ਚਰਨ ਕਮਲ ਮਨ ਬੇਧਿਆ ਜਿਉ ਰੰਗ ਮਜੀਠਾ। ਜੈਤਸਰੀ ਕੀ ਵਾਰ ਮਹੱਲਾ ਪੰਜਵਾਂ। ਜੋ ਜਨ ਇਸ ਬਿਧ ਚਰਨ ਕਮਲਾਂ ਦੇ ਰਸ ਰੰਗ ਵਿੱਚ ਬੇਧੇ ਗੀਧੇ ਅਤੇ ਰਚ ਰੀਧੇ ਰਹਿੰਦੇ ਹਨ, ਸੋ ਗੁਰਮੁਖ ਸਿੱਖ ਸੰਤ ਜਨ ਬਸ ਇਹਨਾਂ ਰੰਗਾਂ ਵਿੱਚ ਹੀ ਮਸਤ ਰਹਿੰਦੇ ਹਨ। ਉਹਨਾਂ ਨੂੰ ਚਰਨ ਕਮਲਾਂ ਦੇ ਰਸ ਰੰਗ ਵਿੱਚ ਰਚ ਰਹਿਣ ਤੋਂ ਬਿਨਾਂ ਹੋਰ ਕੋਈ ਰੁਚੀ ਉਪਜਦੀ ਹੀ ਨਹੀਂ। ਯਥਾ ਗੁਰਵਾਕ ਚਰਨ ਕਮਲ ਰਚੰਤ ਸੰਤਹ ਨਾਨਕ ਆਨ ਨਾ ਰੁਚਤੇ। ਜੈਤਸਰੀ ਕੀ ਵਾਰ ਮਹੱਲਾ ਪੰਜਵਾਂ। ਉਹ ਰਹਿਣ ਦਿਨਸ ਇਸੇ ਇੱਕੇ ਰੰਗ ਵਿੱਚ ਰੱਤੇ ਰਹਿੰਦੇ ਹਨ ਅਤੇ ਚਰਨ ਕਮਲਾਂ ਦੇ ਰੰਗ ਵਿੱਚ ਐਨਿਸ ਰੱਤੇ ਰਹਿਣ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਦਾ ਹੀ ਸਨਮੁਖ ਰਹਿੰਦੇ ਹਨ ਅਤੇ ਸਦਾ ਹੀ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਕਰਕੇ ਪ੍ਰਤੱਖ ਲਖਦੇ ਹਨ, ਸਦਾ ਹੀ ਹਾਜ਼ਰ ਨਾਜ਼ਰ ਜਾਣਦੇ ਵੇਖਦੇ ਹਨ। ਤਿੰਨਾਂ ਸੰਤ ਜਨਾਂ ਨੇ ਵਾਹਿਗੁਰੂ ਨਾਮ ਨੂੰ ਹੀ ਆਪਣਾ ਵਰਤਣ ਵਲੇਵਾ ਬਣਾ ਰੱਖਿਆ ਹੈ। ਨਾਮ ਹੀ ਉਹਨਾਂ ਦਾ ਆਧਾਰ ਹੈ, ਨਾਮ ਹੀ ਉਹਨਾਂ ਦਾ ਆਹਾਰ ਹੈ। ਜ਼ਾਹਰਦਾਰੀ ਵਿੱਚ ਉਹਨਾਂ ਦਾ ਖਾਣਾ ਪੀਣਾ ਅਤੇ ਵਰਤਣ ਵਿਹਾਰ ਸੈਨ ਚੈਨ ਕੇਵਲ ਠਾਠਾ ਬਾਗਾ ਹੀ ਹੈ। ਨਾਮ ਆਹਾਰ ਹੀ ਉਹਨਾਂ ਦਾ ਚਰਨ ਕਮਲ ਆਧਾਰ ਹੈ। ਚਰਨ ਕਮਲਾਂ ਦੇ ਦਿਵ ਜੋਤ ਦਰਸ਼ਨੀ ਦੀਦਾਰ ਕਰ ਕਰ ਹੀ ਉਹ ਤ੍ਰਿਪਤ ਅਗਾਏ ਰਹਿੰਦੇ ਹਨ। ਵਾਹਿਗੁਰੂ ਕਰਤਾਰ ਦੇ ਚਰਨ ਕਮਲਾਂ ਦੇ ਦੀਦਾਰ ਵਿੱਚ ਚੁੱਭੀ ਮਾਰ ਕੇ ਉਹ ਵਾਹਿਗੁਰੂ ਅਕਾਲ ਪੁਰਖ ਦਾ ਸਾਖਸ਼ਾਤ ਦਰਸ ਦੀਦਾਰ ਵੇਖਦੇ ਹਨ ਅਤੇ ਪੇਖ ਪੇਖ ਤ੍ਰਿਪਤਾਸ ਹੁੰਦੇ ਹਨ। ਇਸ ਬਿਧ ਹਰ ਦਰਸ਼ਨ ਰੰਗਾਂ ਵਿੱਚ ਰਤ ਕੇ ਉਹਨਾਂ ਦਾ ਮਨ ਤਨ ਵੀ ਹਰਿਆ ਹੋ ਜਾਂਦਾ ਹੈ ਅਤੇ ਰਸ ਦੀਦਾਰ ਰੰਗਾਂ ਵਿੱਚ ਹਰੇ ਭਰੇ ਹੋ ਕੇ ਉਹਨਾਂ ਦੇ ਰਗੋ ਰੇਸ਼ੇ ਵਿੱਚ ਗੁਰੂ ਕਰਤਾਰ ਦੀ ਧੰਨਤਾ ਦਾ ਆਵਾਜ਼ਾ ਹੋਰ ਵੀ ਉੱਚਾ ਬੁਲੰਦ ਹੁੰਦਾ ਹੈ। ਧੰਨ ਗੁਰੂ
ਧੰਨ ਧੰਨ ਗੁਰੂ ਕਰਤਾਰ ਦੀ ਵਾਹ ਵਿਸਮਾਦੀ ਟੇਰ ਪੁਕਾਰ, ਸਹਿਜ ਸੁਭਾਵ ਹੀ ਰਸ ਵਿਗਾਸੇ ਰੰਗਾਂ ਵਿੱਚ ਸਵਾਸ ਸਵਾਸ ਉਚਾਰਨ ਹੁੰਦੀ ਹੈ। ਇਸ ਬਿਧ ਹਿਰਦੇ ਉਠੜੇ ਚਰਨ ਕਮਲਾਂ ਦੀ ਮੌਜ ਉਹਨਾਂ ਦਾ ਤਤ ਆਤਮ ਆਧਾਰ ਬਣ ਜਾਂਦੀ ਹੈ। ਇਸ ਚਰਨ ਕਮਲਾਰੀ ਆਤਮ ਆਧਾਰੀ ਮੌਜ ਵਿੱਚ ਉਹ ਇੱਕੋ ਇੱਕ ਕੇਵਲ ਇੱਕੇ ਕਰਤਾਰ ਨੂੰ ਜਤ ਕਤ ਅਤੇ ਸਰਬੱਤਰ ਰਮਿਆ ਨਿਹਾਰਦੇ ਹਨ ਅਤੇ ਇੱਕੇ ਦੇ ਹੁਕਮੀ ਬੰਦੇ ਆਗਿਆਕਾਰ ਬਣੇ ਰਹਿੰਦੇ ਹਨ। ਸਿਫਤ ਸਲਾਹਣ ਰੂਪੀ ਹੁਕਮ ਰਜ਼ਾ ਵਿੱਚ ਹੀ ਸਦਾ ਤਤਪਰ ਰਹਿੰਦੇ ਹਨ। ਬਸ ਉਹ ਸਿਫਤ ਸਲਾਹ ਰੂਪੀ ਇੱਕੇ ਵਣਜ ਵਪਾਰ ਦੇ ਵਿਵਹਾਰੀ ਬਣੇ ਰਹਿੰਦੇ ਹਨ ਅਤੇ ਨਿਰੰਕਾਰੀ ਨਾਮ ਤੋਂ ਬਿਨਾਂ ਹੋਰ ਕੋਈ ਵਿਵਹਾਰ ਵਣਜ ਵਪਾਰ ਨਹੀਂ ਜਾਣਦੇ ਸਿਆਣਦੇ। ਇਹਨਾਂ ਨਿਰੰਕਾਰੀ ਨਾਮ ਆਧਾਰੀ ਰੰਗਾਂ ਦੀ ਆਤਮ ਔਜੀ ਮੌਜ ਵਿੱਚ ਉਹ ਹਰਖ ਸੋਗ ਦੋਹਾਂ ਤੋਂ ਅਲੇਪ ਰਹਿੰਦੇ ਹਨ। ਇਸ ਬਿਧ ਸੱਚਾ ਰਾਜ ਜੋਗ ਅਤੇ ਸੱਚੀ ਜੋਗ ਜੁਗਤ ਉਹਨਾਂ ਨੂੰ ਸਹਿਜੇ ਅਤੇ ਸਹਿਲੀ ਹੀ ਪ੍ਰਾਪਤ ਹੋਈ ਰਹਿੰਦੀ ਹੈ। ਉਹ ਦਿਸਣ ਮਾਤਰ ਵਿੱਚ ਤਾਂ ਸੰਸਾਰ ਕੁਟੁੰਬ ਪਰਿਵਾਰ ਸਾਰਿਆਂ ਵਿੱਚ ਹੀ ਰਲੇ ਮਿਲੇ ਰਹਿੰਦੇ ਹਨ, ਪਰ ਉਹਨਾਂ ਵਿੱਚ ਖੱਚਤ ਨਹੀਂ ਹੁੰਦੇ ਅਤੇ ਸਭ ਤੋਂ ਨਿਰਾਲੇ ਹੀ ਬਿਰਤ ਵਿਵੇਕ ਵਰਤਾਓ ਰੱਖਦੇ ਹਨ। ਮਾਇਆ ਮਮਤਾ ਦੀ ਲੇਪ ਛੇਪ ਤੋਂ ਨਿਰਾਲਮ ਰਹਿੰਦੇ ਹਨ ਅਤੇ ਸ਼ਬਦ ਸੁਰਤੇ ਹੁੰਦੇ ਹੋਏ ਸਦਾ ਹੀ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦਾ ਧਿਆਨ ਧਰੀ ਰੱਖਦੇ ਹਨ। ਐਸੇ ਨਾਮ ਦੇ ਅਭਿਆਸੀ ਜਨਾਂ ਗੁਰਮੁਖ ਸਿੱਖ ਸੰਤਾਂ ਦੀ ਮਹਿਮਾ ਅਪਰ ਅਪਾਰ ਹੈ। ਕਿਹੜੀ ਕਿਹੜੀ ਉਪਮਾ ਉਹਨਾਂ ਦੀ ਕੀਤੀ ਜਾਵੇ। ਬੜੀ ਹੀ ਅਗਾਧ ਬੋਧ ਮਹਿਮਾ ਹੈ ਨਾਮ ਰਸੀਏ ਸੰਤ ਜਨਾਂ ਦੀ, ਜਿਸ ਦੀ ਮਿੱਤ ਕੀਮਤ ਨਹੀਂ ਪਾਈ ਜਾ ਸਕਦੀ। ਪਾਰ ਬ੍ਰਹਮ ਦੀ ਪਰਮ ਕਿਰਪਾ ਹੋਵੇ ਤਾਂ ਅਜਿਹੇ ਨਾਮ ਨਾਮੀ ਅਭੇਦ ਸੰਤ ਜਨਾਂ ਦੀ ਧੂੜੀ ਪ੍ਰਾਪਤ ਹੋਵੇ। ਪਿਛਲੇ ਸਾਰੇ ਸਿਧਾਂਤ ਦੀ ਪ੍ਰੋੜਤਾ ਇਨ ਬਿਨ ਇਹ ਹੇਠ ਲਿਖਿਆ ਗੁਰਵਾਕ ਕਿਆ ਭਲੀ ਭਾਂਤ ਕਰਦਾ ਹੈ। ਰਹਿਣ ਦਿਨਸ ਰਹਿ ਇਕ ਰੰਗਾ, ਪ੍ਰਭ ਕੋ ਜਾਣੈ ਸਦ ਹੀ ਸੰਗਾ। ਠਾਕੁਰ ਨਾਮ ਕੀਓ ਉਨ ਵਰਤਨ, ਤ੍ਰਿਤ ਅਗਾਵਨ ਹਰ ਕੈ ਦਰਸ਼ਨ। ਹਰ ਸੰਗ ਰਾਤੇ ਮਨ ਤਨ ਹਰੇ, ਗੁਰਪੂਰੇ ਕੀ ਸਰਨੀ ਭਰੇ। ਰਹਾਉ ਚਰਨ ਕਮਲ ਆਤਮ ਆਧਾਰ, ਏਕ ਨਿਹਾਰੈ ਆਗਿਆਕਾਰ। ਏਕੋ ਬਣਜ ਏਕੋ ਵਿਵਹਾਰੀ, ਅਵਰ ਨਾ ਜਾਣੈ ਬਿਨ ਨਿਰੰਕਾਰੀ। ਹਰਖ ਸੋਗ ਦੋਹੂੰ ਤੇ ਮੁਕਤੇ, ਸਦਾ ਅਲਿਪਤ ਜੋਗ ਅਰ ਜੁਗਤੇ। ਦੀਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਓਏ ਧਿਆਨ ਧਰਤੇ। ਸੰਤਨ ਕੀ ਮਹਿਮਾ ਕਵਨ ਵਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਨੋ। ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਧੂਰ ਸੰਤਨ ਕੀ ਨਾਨਕ ਦੀਜੈ। ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਧੂਰ ਸੰਤਨ ਕੀ ਨਾਨਕ ਦੀਜੈ। ਗੌੜੀ ਮਹੱਲਾ ਪੰਜਵਾਂ। ਗੁਆਰੇਰੀ। ਚਰਨ ਕਮਲ ਦੀ ਮੌਜ ਵਾਲੇ ਸੰਤ ਜਨਾਂ ਗੁਰਮੁਖ ਪਿਆਰਿਆਂ ਦੀ ਰਹਿਤ ਰਹਿਣੀ ਵਿਵੇਕ ਕਰਨੀ ਅਗਲੇਰੇ ਗੁਰਵਾਕ ਵਿਖੇ ਇਸ ਬਿਧ ਵਰਣਨ ਹੈ। ਬਾਹਰ ਰਾਖਿਓ ਹਿਰਦੈ ਸੰਭਾਲ, ਘਰ ਆਏ ਗੋਵਿੰਦ ਲੈ ਨਾਲ। ਹਰ ਹਰ ਨਾਮ ਸੰਤਨ ਕੈ ਸੰਗ, ਮਨ ਤਨ ਰਾਤਾ ਰਾਮ ਕੈ ਰੰਗ। ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ, ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ। ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ। ਚਰਨ ਕਮਲ ਹਿਰਦੈ ਮੈਂ ਜਾਪ, ਨਾਨਕ ਪੇਖ ਜੀਵੈ ਪ੍ਰਤਾਪ। ਚਰਨ ਕਮਲ ਹਿਰਦੇ ਮੈਂ ਜਾਪ, ਨਾਨਕ ਪੇਖ ਜੀਵੈ ਪ੍ਰਤਾਪ। ਗੌੜੀ ਮਹੱਲਾ ਪੰਜਵਾਂ। ਚਰਨ ਕਮਲ ਮੌਜਾਰੀ ਗੁਰਮੁਖ ਸੰਤ ਜਨ ਚਰਨ ਕਮਲਾਂ ਦੇ ਮੌਜ ਰੰਗਾਂ ਵਿੱਚ ਰੰਗੀਜ ਕੇ ਚਰਨ ਕਮਲਾਂ ਦੀ ਜਪ ਉਪਾਸਨਾ ਸਗੋਂ ਹੋਰ ਵਧੇਰੇ ਤਤਪਰ ਹੋ ਕੇ ਕਰਦੇ ਹਨ। ਕਾਜ ਕਾਮ ਵਿਖੇ ਵਾਟ ਘਾਟ ਬਾਹਰ ਵਿਚਰਦੇ ਹੋਏ ਵੀ ਗੋਬਿੰਦ ਨਾਮ ਰੂਪੀ ਰਸ ਜੋਤ ਕਿਰਨੀ ਗੋਬਿੰਦ ਚਰਨਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖਦੇ ਹਨ। ਬਾਹਰੋਂ ਧੰਦਿਆਂ ਤੋਂ ਫਾਰਗ ਹੋ ਕੇ ਜਦੋਂ ਘਰ ਆਉਂਦੇ ਹਨ, ਉਦੋਂ ਵੀ ਗੋਬਿੰਦ ਨਾਮ ਪ੍ਰਤੀਬਿੰਬਤੀ ਚਰਨਾਂ ਨੂੰ ਹਿਰਦੇ ਵਿੱਚ ਸੰਭਾਲੀ ਹੀ ਨਾਲ ਲੈ ਕੇ ਆਉਂਦੇ ਹਨ, ਕਿਉਂਕਿ ਵਾਹਿਗੁਰੂ ਨਾਮ ਦਾ ਜਾਪ ਹਰ ਦਮ ਸੰਤ ਜਨਾਂ ਦੇ ਸਵਾਸ ਸਵਾਸ ਅਤੇ ਰੋਮ ਰੋਮ ਵਿੱਚ ਰਚਿਆ ਰਹਿੰਦਾ ਹੈ ਅਤੇ ਉਹਨਾਂ ਦਾ ਮਨ ਤਨ ਖਿਨ ਖਿਨ ਰਾਮ ਰੰਗਾਂ ਵਿੱਚ ਹੀ ਰਤਿਆ ਰਹਿੰਦਾ ਹੈ। ਇਹ ਉਹਨਾਂ ਉੱਤੇ
ਗੁਰੂ ਦੀ ਅਪਾਰ ਕਿਰਪਾ ਹੈ ਕਿ ਖਿਨ ਮਾਤਰ ਵੀ ਨਾਮ ਉਹਨਾਂ ਨੂੰ ਨਹੀਂ ਵਿਸਰਦਾ। ਸੋ ਗੁਰੂ ਦੇ ਪ੍ਰਸਾਦ ਕਰਕੇ ਉਹ ਭਵ ਸਾਗਰ ਤੋਂ ਸੁਖੈਨ ਹੀ ਪਾਰ ਉਤਰ ਜਾਂਦੇ ਹਨ ਅਤੇ ਉਹਨਾਂ ਦੇ ਜਨਮ ਜਨਮਾਂਤਰਾਂ ਦੇ ਕਿਲਵਿਖ ਪਾਪ ਰੋਗ ਸਭ ਦੂਰ ਹੋ ਜਾਂਦੇ ਹਨ। ਭਗਵੰਤ ਦੇ ਨਾਮ ਦੀ ਸੁਰਤ ਸ਼ਬਦ ਦੀ ਸੋਭਾ ਅਤ ਨੀਕੀ ਹੈ ਅਤੇ ਪੂਰੇ ਸਤਿਗੁਰੂ ਦੁਆਰਿਓਂ ਪ੍ਰਾਪਤ ਹੋਏ ਗੁਰਮੰਤਰ ਦੀ ਅਮਿਤ ਵਡਿਆਈ ਹੈ। ਚਰਨ ਕਮਲ ਮੌਜਾਰੀ ਸੰਤ ਜਨਾਂ ਦਾ ਚਰਨ ਕਮਲਾਂ ਦੇ ਰੰਗਾਂ ਵਾਲਾ ਵਿਰਧ ਜਾਪ ਇਸ ਵਿਧ ਸਦਾ ਸਦਾ ਹੀ ਬਣਿਆ ਰਹਿੰਦਾ ਹੈ। ਉਹ ਹਿਰਦੇ ਵਿਖੇ ਚਰਨ ਕਮਲਾਂ ਦੇ ਰੰਗਾਂ ਨੂੰ ਗਾਉਂਦੇ ਹੋਏ ਚਰਨ ਕਮਲਾਂ ਦੀ ਸ਼ੋਭਾ ਨੂੰ ਪੇਖ ਪੇਖ ਵਿਗਸਾਉਂਦੇ ਹਨ ਅਤੇ ਵਿਗਸ ਵਿਗਾਸਨੀ ਆਤਮ ਰਹਸਨੀ ਬਿਸਮ ਸਰਸਨੀ ਅਵਸਥਾ ਵਿੱਚ ਆਨੰਦ ਵਿਨੋਦ ਕੇਲ ਕਰਦੇ ਹੋਏ ਵੀ ਰਿੱਧ ਰਮਨੜੇ ਸਦ ਜੀਵਨ ਜੁਗਤ ਪ੍ਰਤਾਪੀ ਚਰਨ ਕਮਲਾਂ ਦਾ ਵਿਰਧ ਜਾਪ ਕਰਦੇ ਹੀ ਰਹਿੰਦੇ ਹਨ, ਰੁਕਦੇ ਥੰਮਦੇ ਨਹੀਂ। ਇਹ ਵਾਹਿਗੁਰੂ ਦੇ ਚਰਨ ਕਮਲਾਂ ਦਾ ਹਿਰਦੇ ਵਿੱਚ ਧਾਰਨਾ ਹੈ। ਸੋ ਚਰਨ ਕਮਲਾਂ ਦੀ ਮੌਜ ਮਾਨਣ ਹਾਰੇ ਗੁਰਮੁਖ ਪਿਆਰੇ ਇਸ ਵਿਧ ਸਦਾ ਹੀ ਪ੍ਰਭੂ ਦੇ ਚਰਨ ਕਮਲਾਂ ਨੂੰ ਹਿਰਦੇ ਵਿਖੇ ਧਾਰੀ ਰੱਖਦੇ ਹਨ। ਇਹ ਪੂਰਨ ਵਿਧੀ ਪੂਰੇ ਸਤਿਗੁਰੂ ਦੇ ਦੁਆਰਿਓਂ ਪ੍ਰਾਪਤ ਹੁੰਦੀ ਹੈ, ਜੋ ਧਾਰਨ ਕਰਨ ਵਾਲਿਆਂ ਦਾ ਪੂਰਨ ਨਿਸਤਾਰਾ ਕਰ ਦਿੰਦੀ ਹੈ। ਯਥਾ ਗੁਰਵਾਕ ਹਿਰਦੈ ਚਰਨ ਕਮਲ ਪ੍ਰਭ ਧਾਰੇ ਪੂਰੇ ਸਤਿਗੁਰ ਮਿਲ ਨਿਸਤਾਰੇ। ਗੌੜੀ ਮਹੱਲਾ ਪੰਜਵਾਂ। ਇਹ ਚਰਨ ਕਮਲਾਂ ਨੂੰ ਉਰ ਧਾਰਨ ਦੀ ਪ੍ਰੀਤ ਰੀਤ ਕੇਵਲ ਗੁਰਮੁਖ ਸੰਤ ਜਨਾਂ ਦੇ ਮਨਾਂ ਵਿੱਚ ਹੀ ਪੁੜੀ ਹੋਈ ਹੁੰਦੀ ਹੈ। ਉਹਨਾਂ ਨੂੰ ਇਸ ਚਰਨ ਕਮਲ ਦੀ ਪ੍ਰੀਤ ਰੀਤ ਬਾਝੋਂ ਹੋਰ ਦੁਤੀਆ ਭਾਵ ਦੀ ਵਿਪਰੀਤ ਅਨੀਤ ਭਾਉਂਦੀ ਹੀ ਨਹੀਂ। ਯਥਾ ਗੁਰਵਾਕ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ ਦੁਤੀਆ ਭਾਵ ਵਿਪਰੀਤ ਅਨੀਤ ਦਾਸਾਂ ਨਹਿ ਭਾਵੈ ਜੀਓ ਦਾਸਾਂ ਨਹਿ ਭਾਵੈ ਬਿਨ ਦਰਸਾਵੈ ਇਕ ਖਿਨ ਧੀਰਜ ਕਿਉਂ ਕਰੈ ਨਾਮ ਬਿਹੁਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ। ਛੰਤ ਸ੍ਰੀ ਰਾਗ ਮਹੱਲਾ ਪੰਜਵਾਂ। ਇਸ ਗੁਰਵਾਕ ਅਨੁਸਾਰ ਚਰਨ ਕਮਲ ਦੇ ਭੌਰਿਆਂ ਨੂੰ ਬਿਨਾਂ ਚਰਨ ਕਮਲ ਦੇ ਦਰਸ਼ਨਾਂ ਦੇ ਹੋਰ ਕੁਛ ਭਾਉਂਦਾ ਹੀ ਨਹੀਂ। ਉਹਨਾਂ ਨੂੰ ਇਹਨਾਂ ਦਰਸ਼ਨਾਂ ਬਿਨਾਂ ਇੱਕ ਖਿਨ ਵੀ ਧੀਰਜ ਨਹੀਂ ਆਉਂਦੀ। ਧੀਰਜ ਆਵੇ ਤਾਂ ਕਿਵੇਂ ਆਵੇ? ਤਾਂ ਹੀ ਤੇ ਉਹ ਚਰਨ ਕਮਲ ਦਰਸ ਪ੍ਰਤਾਪੀ ਨਾਮ ਦੇ ਜਾਪ ਵਿੱਚ ਖਿਨ ਖਿਨ ਜੁਟੇ ਰਹਿੰਦੇ ਹਨ। ਨਾਮ ਦੇ ਜਾਪ ਵਿੱਚ ਖਿਨ ਖਿਨ ਜੁਟੇ ਰਹਿੰਦੇ ਹਨ, ਜਿਸ ਤੋਂ ਬਿਹੂਨ ਇੱਕ ਛਿਨ ਵਿੱਚ ਉਹਨਾਂ ਦਾ ਤਨ ਮਨ ਪ੍ਰਾਣ ਹੀਣਾ ਖੀਣਾ ਹੋ ਜਾਂਦਾ ਹੈ, ਜਿਵੇਂ ਕਿ ਜਲ ਬਿਹੂਨ ਮਛਲੀ ਦਾ ਮਰਨਾ ਹੁੰਦਾ ਹੈ। ਤਾਂ ਹੀ ਤਾਂ ਚਰਨ ਕਮਲ ਦੇ ਮੌਜੀ ਸੰਤ ਜਨ ਹਰ ਦਮ ਇਹੋ ਲੋਚਦੇ ਰਹਿੰਦੇ ਹਨ ਕਿ ਆਦ ਅੰਤ ਸਦ ਸਦਾ ਚਰਨ ਕਮਲਾਂ ਦੀ ਮੌਜ ਹੀ ਮਾਣਦੇ ਰਹੀਏ। ਯਥਾ ਗੁਰਵਾਕ ਚਰਨ ਕਮਲ ਕੀ ਮੌਜ ਮਹਿ ਰਹੋਂ ਅੰਤ ਅਰ ਆਦ। ਸ਼ਲੋਕ ਕਬੀਰ ਜੀ। ਪੁਨः ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰੇ। ਦੇਵ ਗੰਧਾਰੀ ਮਹੱਲਾ ਪੰਜਵਾਂ। ਇਸ ਮੌਜ ਦਾ ਚਰਨ ਕਮਲ ਦੀ ਮੌਜ ਦਾ ਅਨੁਮਾਨ ਕੋਈ ਕੀ ਲਾ ਸਕਦਾ ਹੈ? ਕਥਨ ਕਹਿਣ ਤੋਂ ਅਗੋਚਰੀ ਹੈ ਸੋਭਾ ਚਰਨ ਕਮਲ ਕੀ ਮੌਜ ਦੀ। जिस प्रथाए यह गुरवाक है कबीर चरण कमल की मौज को कह कैसे उन्मान कहबे को शोभा नहीं देखा ही परवान कहबे को शोभा नहीं देखा ही परवान। श्लोक कबीर जी। कहबे को शोभा इस करके नहीं कि शोभा कही ही नहीं जा सकती, बल्कि इस करके कि ਇਸ ਕਰਕੇ ਕਿ ਕਥਨ ਦੀ ਪਰੋਖੋਂ ਹੀ ਨਹੀਂ। ਚਰਨ ਕਮਲ ਦੀ ਮੌਜ ਆਨੰਦੀ ਸੋਭਾ ਕੇਵਲ ਲਖੀ ਪੇਖੀ ਹੀ ਪ੍ਰਵਾਨ ਹੈ, ਕਥੀ ਵਰਨੀ ਨਹੀਂ ਜਾ ਸਕਦੀ। ਜੇ ਕੋਈ ਕਹੇ ਤਾਂ ਭਲਾ ਕੀ ਅਨੁਮਾਨ ਸਦਰਸਤਾ ਦੇ ਕੇ ਕਹੇ ਵਰਨੇ। ਇਸ ਸੋਭਾ ਦੇ ਸਦਰਸ ਸੋਭਾ ਹੋਰ ਜੋ ਕੋਈ ਨਾ ਹੋਈ। ਅੱਖੀਆਂ ਦੇ ਵਿਸ਼ੇ ਵਾਲੀ ਸੋਭਾ ਸੁੰਦਰਤਾ ਉੱਚੀ ਤੋਂ ਉੱਚੀ ਸੋਭਾ ਸੁੰਦਰਤਾ ਇਸ ਅਲੌਕਿਕ ਸੋਭਾ ਸੁੰਦਰਤਾ ਨੂੰ ਰਾਈ ਸਮਾਨ ਵੀ ਨਹੀਂ ਪੁੱਜ ਸਕਦੀ। ਤ੍ਰੈਗੁਣੀ ਗੁਣਾਂ ਦੀ ਕੋਈ ਵੀ ਸੋਭਾ ਸੁੰਦਰਤਾ ਇਸ ਸੋਭਾ ਸੁੰਦਰਤਾ ਦੇ ਲਵੇ ਨਹੀਂ ਲੱਗ ਸਕਦੀ। ਚਰਨ ਕਮਲ ਮੌਜਜ਼ਾਨੀ ਸੋਭਾ ਨੂੰ ਮਾਨਣ ਹਾਰਾ ਚਰਨ ਕਮਲਾਂ ਦੀ ਸੁੰਦਰਤਾ ਨੂੰ
ਪੇਖ ਕੇ ਬਸ ਵਾਹ ਵਾਹ ਕਹਿੰਦਾ ਹੀ ਬਿਸਮਾਦ ਹੋ ਜਾਵੇਗਾ। ਚਰਨ ਕਮਲ ਦੀ ਮੌਜ ਦਾ ਆਨੰਦ ਰਸ ਮਾਣਦਾ ਹੋਇਆ ਉਹ ਗੂੰਦਾ ਅਤੇ ਗੂੰਗਾ ਹੋ ਜਾਏਗਾ, ਸਿਵਾਏ ਆਹਾ ਆਖਣ ਦੇ ਜਾਂ ਵਾਹ ਵਿਸਮਾਦੀ ਅੱਖਰ ਭਾਖਣ ਦੇ ਉਹ ਹੋਰ ਕੋਈ ਵੀ ਕਥਨੀ ਬਦਨੀ ਕਰਨੋਂ ਅਸਮਰੱਥ ਰਹੇਗਾ। ਇੱਥੇ ਨਾ ਕੋਈ ਉਦਾਹਰਣ ਦਿੱਤਾ ਜਾ ਸਕਦਾ ਹੈ, ਨਾ ਕੋਈ ਅਲੰਕਾਰ ਬੰਨ੍ਹਿਆ ਜਾ ਸਕਦਾ ਹੈ, ਪੇਖਣ ਪਰਖਣ ਹਾਰੇ ਤੋਂ ਵੀ ਨਹੀਂ ਬੰਨ੍ਹਿਆ ਜਾ ਸਕਦਾ, ਤਾਂ ਅਨੁਮਾਨ ਲਾਉਣ ਵਾਲਿਆਂ ਤੋਂ ਕੀ ਕਥਿਆ ਵਰਣਿਆ ਜਾ ਸਕਦਾ ਹੈ। ਬਸ ਇਹ ਤਾਂ ਪੇਖਾ ਹੀ ਪ੍ਰਵਾਨ ਹੈ, ਇਹ ਤਾਂ ਪੇਖਾ ਹੀ ਪ੍ਰਵਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।